Hello and welcome to yet another episode of the series called तेरी मेरी कहानी। आज फिर तो मैं प्रीत लेके हाजिर हाँ एक नवी कहानी साडे गेस्ट दी जुबानी। Today's interaction is going to be very interesting, very inspiring because ਜਿਹੜੇ ਸਾਡੇ guest ਅੱਜ ਸਾਡੇ ਨਾਲ ਨੇ, she is this one lovely, lively, beautiful, strong girl, ਜਲੰਧਰ girl I should say, ਜੋ ਕੈਨੇਡਾ ਓਨਟਾਰੀਓ ਚ ਰਹਿੰਦੇ ਹੈ and ਇਹਨਾਂ ਨੇ ਇੱਕ ਯੂਨੀਕ ਜਿਹਾ ਪ੍ਰੋਫੈਸ਼ਨ ਚੁਣਿਆ ਜਿਹਦੇ ਚ ਕੁੜੀਆਂ ਬਹੁਤ ਘੱਟ ਨੇ और खासकर because it's I think a predominantly male dominated industry. I'm talking about the trucking field and ਸਾਡੇ ਅੱਜ ਦੇ ਜੋ ਗੈਸਟ ਨੇ ਇਹ ਫਿਰ ਬਾਰੀ ਖੋਲ ਕੇ ਤੇ ਵਾਹਿਗੁਰੂ ਬੋਲ ਕੇ ਤੇ ਆਪਣੀ ਸੀਟ ਬੈਲਟ ਲਗਾ ਕੇ ਤੇ ਆਪਣਾ ਟਰੱਕ ਲੈ ਕੇ ਫਿਰ ਲੰਬੇ ਰੂਟ ਤੇ ਲੰਬੇ ਸਫ਼ਰ ਤੇ ਨਿਕਲਦੇ and she is I think in the news everywhere nowadays because of this profession that she has chosen. Jaspreet Dhillon is our guest today. Hi, Jaspreet. Hello. Hello. Hi. A very, very warm welcome. Thank you, Madam Ji. Tusi time ਕੱਢਿਆ. Thank you, Ji. Very nice having you on the show, Jaspreet. Jaspreet, ਕੱਲ ਜਾਣਗੇ ਹੁਣ ਟਰੱਕ ਲੈ ਕੇ? ਅੱਜ ਛੁੱਟੀ? ਹਾਂਜੀ। ਅੱਜ ਮੇਰਾ ਆਫ ਸੀਗਾ, ਹੁਣ ਕੱਲ ਦੁਬਾਰਾ ਤੋਂ ਸਟਾਰਟ ਹੋਏਗਾ। ਤੇ ਜਸਪ੍ਰੀਤ, why ਟਰੱਕਿੰਗ ਓਨਲੀ? ਆਈ ਮੀਨ ਜਦੋਂ ਕੈਨੇਡਾ ਪੈਰ ਧਰਤੀ ਤੇ ਪੈਰ ਰੱਖਿਆ ਤੇ ਇਹ ਡ੍ਰੀਮ ਸੀ ਕੋਈ ਕਿ ਮੈਂ ਕੁਝ ਅਨੋਖਾ ਏਦਾਂ ਦਾ ਕਰਨਾ ਹੈ ਕਿ ਮੈਂ ਫਿਰ ਲਾਈਮਲਾਈਟ ਵਿੱਚ ਆ ਜਾਵਾਂ, ਜਾਂ ਫਿਰ ਐਕਸੀਡੈਂਟਲ ਹੋਇਆ ਕਿ ਨਾਟ ਪਲਾਨਡ ਬਸ ਹੋ ਗਿਆ? ਨਹੀਂ, ਏਦਾਂ ਪਲਾਨ ਤਾਂ ਕੁਝ ਵੀ ਨਹੀਂ ਸੀਗਾ, ਪਰ obviously like money making one of the best job ਹੈ ਅਵਲੀ। ਸੋ ਡਿਫਰੈਂਟ ਜੌਬਸ ਕੀਤੀਆਂ ਕੈਨੇਡਾ ਚ ਆ ਕੇ, ਤਾਂ ਇਹਦੇ ਵਾਸਤੇ ਮੇਰੇ ਹਸਬੈਂਡ ਨੇ ਜ਼ਿਆਦਾ ਇਨਕਰੇਜ ਕੀਤਾ। ਸੋ ਉਹਨਾਂ ਵੱਲ ਦੇਖ ਕੇ ਮੈਨੂੰ ਹੁੰਦਾ ਸੀਗਾ ਕਿ we can like compete him। ਸੋ ਦੋਨਾਂ ਦੀ ਕਰਕੇ ਫਿਰ ਟਰੱਕਿੰਗ ਸਟਾਰਟ ਕਰ ਲਈ। ਤੇ ਉਹ ਵੀ ਟਰੱਕਿੰਗ ਦੇ ਵਿੱਚ ਹੀ ਇਸੇ ਫੀਲਡ ਚ? ਹਾਂਜੀ। ਉਹਨਾਂ ਦੇ ਹੀ ਐਕਚੁਅਲੀ ਪੇ ਚੈੱਕ ਦੇਖ ਕੇ ਮੈਨੂੰ ਹੁੰਦਾ ਸੀਗਾ ਕਿ ਮੈਂ ਵੀ ਇਦਾਂ ਹੀ ਕਰਾਂ। ਠੀਕ, that's wonderful। ਪਰ ਵੈਸੇ ਕਮਾਲ ਦੀ ਗੱਲ ਇਹ ਹੈ ਕਿ ਮਤਲਬ ਜਸਪ੍ਰੀਤ ਆਪ ਕੋਈ ਐਡੀ ਉਹ ਤਾਂ ਨਹੀਂ ਲੱਗਦੀ ਹੈ ਕਿ ਐਡੇ ਵੱਡੇ ਟਰੱਕ ਨੂੰ ਮੈਨੇਜ ਕਰਨ ਵਾਲੀ। ਤੇ ਜਸਪ੍ਰੀਤ ਔਖਾ ਹੁੰਦਾ ਹੈ? ਲਾਈਕ ਕੋਈ ਰਿਗਰੈਟ ਤਾਂ ਨਹੀਂ ਹੈ ਡਿਸੀਜਨ ਇਹ ਕਿਉਂ ਕੀਤਾ ਜਾਂ? No regrets। You're happy? ਸਗੋਂ like I'm proud at myself ਕਿ ਮੈਂ ਬਹੁਤ ਵਧੀਆ ਲਾਈਕ ਕਰ ਰਹੀ, ਇੱਕ ਤੇ ਐਪਰੀਸੀਏਸ਼ਨ ਵੀ ਬਹੁਤ ਮਿਲਦੀ ਹੈ, ਔਰ ਪਲੱਸ ਲਾਈਕ everybody works just for money। like ਪਤਾ ਹੀ ਹੈ ਇੱਥੇ ਬਾਹਰ ਦੀਆਂ ਕੰਟਰੀਆਂ ਚ ਆਏ ਆ just to live a happy life, wealthy life। so I think this is the best job। ਉਹਦੇ ਵਾਸਤੇ ਹਾਰਡ ਵਰਕ ਵੀ ਬਹੁਤ ਕਰਨਾ ਪੈਂਦਾ ਆ, no doubt। ਪ੍ਰੋਬਲਮਸ ਵੀ ਬਹੁਤ ਆਉਂਦੀਆਂ, ਪਰ ਐਂਡ ਆਫ ਦਾ ਡੇ I'm glad। ਤੇ ਜਸਪ੍ਰੀਤ ਐਜ਼ ਅ ਮਦਰ, ਲਾਈਕ ਲੋਕੀ ਜ਼ਿਆਦਾਤਰ ਔਰਤਾਂ ਨੂੰ ਕਹਿੰਦੇ ਆ ਨਾ ਕਿ ਬੈਸਟ ਪ੍ਰੋਫੈਸ਼ਨ ਤੁਹਾਡੇ ਲਈ ਹੈ ਟੀਚਿੰਗ ਵਾਲਾ, ਮਤਲਬ 9 to 5 ਤੋਂ ਵੀ ਬੈਟਰ ਹੈ ਕਿ ਤੁਸੀਂ ਬੱਚਿਆਂ ਦੇ ਨਾਲ ਹੀ ਸਕੂਲ ਜਾਓ, ਬੱਚਿਆਂ ਦੇ ਨਾਲ ਹੀ ਘਰ ਆ ਜਾਓ। ਤੇ ਇਸ ਪ੍ਰੋਫੈਸ਼ਨ ਵਿੱਚ ਬਿਕੋਜ਼ ਤੁਸੀਂ ਹੁਣ ਲੰਬੇ ਵਾਲੇ ਰੂਟ ਤੇ ਵੀ ਜਾਂਦੇ ਹੋ, ਕਾਫੀ ਦਿਨਾਂ ਲਈ ਜਾਂਦੇ ਹੋ ਐਂਡ ਔਨ ਯੋਰ ਓਨ ਜਾਂਦੇ ਹੋ, ਤੇ ਤੁਹਾਨੂੰ ਲੱਗਦਾ ਹੈ ਕਿ ਐਜ਼ ਅ ਮਦਰ ਕੋਈ ਗਿਲਟ ਨਾਲ ਲੈ ਕੇ ਟ੍ਰਿਪ ਤੇ ਗਏ ਹੁੰਦੇ ਹੋ? ਨਹੀਂ, ਗਿਲਟ ਤਾਂ ਕਦੀ ਨਹੀਂ ਫੀਲ ਹੋਇਆ ਉਦਾਂ ਤਾਂ। ਲਾਈਕ every profession is a best profession ਹੈ ਨਾ, everybody is made for their own professions। ਪਰ for me ਮੇਰੇ ਕੋਲ ਮੇਰੇ ਮੰਮਾ ਹੈਗੇ ਆ, ਸੋ ਉਹਨਾਂ ਦੀ ਬਹੁਤ ਵੱਡੀ ਹੈਲਪ ਹੈ ਮੇਰੇ ਕੋਲ। ਔਰ ਯੂਜੂਅਲੀ ਮੈਂ ਸਟੇਟਸ ਵੱਲ ਲਾਈਕ USA ਟਰੱਕ ਲੈ ਕੇ ਜਾਂਦੀ ਹਾਂ, ਉੱਥੇ ਮੇਰੀ ਮਦਰ ਇਨ ਲਾਅ ਹੈ, ਸੋ ਉਹਨਾਂ ਦੀ ਵੀ ਬਹੁਤ ਵੱਡੀ ਹੈਲਪ ਹੈ। ਸੋ ਮੈਨੂੰ ਦੋਨੋਂ ਸਾਈਡਸ ਤੇ ਹੈਲਪ ਮਿਲਦੀ ਕਰਕੇ ਮੈਨੂੰ ਕਦੀ ਫੀਲ ਹੀ ਨਹੀਂ ਹੋਇਆ ਕਿ ਬੱਚੇ ਇਕੱਲੇ ਆ ਘਰ। ਬੱਚੇ they are also very happy about it? They are very happy, or I'm so like lucky to have very good friend circle here। so all the time ਬੱਚੇ they are just like families। so ਇੱਕ ਦੂਜੇ ਵੱਲ ਆਣਾ ਜਾਣਾ, activities। ਤੇ ਜਸਪ੍ਰੀਤ ਹਾਊ ਆਫਨ, ਲਾਈਕ ਕਿੰਨਾ ਫ੍ਰੀਕੁਐਂਟ ਹੁੰਦਾ ਹੈ ਜਿਹੜਾ ਇਹ ਲੰਬਾ ਵਾਲਾ ਰੂਟ ਹੁੰਦਾ ਹੈ ਇਹ ਲੈਣਾ? ਤੇ ਇਹਨਾਂ ਲਾਈਕ ਮੈਕਸਿਮਮ ਇਟਸ ਫॉर 5 days। ਅੱਛਾ, ਪਰ ਇਟਸ ਨਾਟ ਰੈਗੂਲਰ ਕਿ ਇਦਾਂ ਨਹੀਂ ਕਿ ਐਵਰੀ ਮੰਡੇ ਜਾਣਾ ਤੇ ਫਰਾਈਡੇ ਹੀ ਵਾਪਸ ਆਉਣਾ ਆ। ਜਿੱਦਾਂ ਹੁਣ ਕੱਲ ਮੇਰਾ ਲੋਡ ਆ, ਸੋ ਕੱਲ ਜਾ ਕੇ ਮੈਂ ਪਰਸੋਂ ਵਾਪਸ ਆ ਜਾਣਾ। ਅੱਛਾ, ਕਈ ਸ਼ਾਰਟ ਟ੍ਰਿਪਸ ਹੈ, ਕਈ ਲੌਂਗ? Sometimes short trips, so sometimes long runs, sometimes I go like in the morning and come back by evening। ਇਦਾਂ ਵੀ ਹੋ ਜਾਂਦਾ।
ਹਾਂ ਤੇ ਫਿਰ ਡਾਕਟਰਸ ਦੀਆਂ ਵੀ ਨਾਈਟ ਡਿਊਟੀਆਂ ਲੱਗਦੀਆਂ ਤੇ ਕਿੰਨੇ ਹਾਂਜੀ ਲੱਗਦੀਆਂ। ਹਾਂਜੀ ਹਾਂਜੀ ਹਾਂਜੀ। ਸੋ ਪਰ ਆਈ ਲਵ ਟੂ ਗੋ ਟੂ ਫਾਰ ਪਲੇਸਿਸ, ਤੇ ਉਹਦੇ ਨਾਲ ਇਹ ਆ ਕਿ ਡਿਫਰੈਂਟ ਜਗ੍ਹਾ ਤੁਸੀਂ ਘੁੰਮਦੇ ਵੀ ਆ, ਔਰ ਬੱਚਿਆਂ ਦੀ ਉਹ ਨਹੀਂ ਆ ਲਾਈਕ ਡਿਸਟਰਬੈਂਸ ਵੀ ਲਈ ਬ੍ਰੇਕ ਮਿਲ ਜਾਂਦੀ। enjoy myself, I listen to the music and I love nature's beauty, so ਉਹ ਇੰਜੋਏ ਕਰਦੀ ਆ ਮੈਂ ਜ਼ਿਆਦਾ, ਲੌਂਗ ਰਨਸ ਤੇ ਜਾਣਾ ਮੈਂ ਜ਼ਿਆਦਾ ਇੰਜੋਏ ਕਰਦੀ ਆ। ਜਸਪ੍ਰੀਤ ਵੈਸੇ ਵੀ ਖੁਦ ਵੀ ਬਹੁਤ ਚਰਪੀ ਹੈਪੀ ਬਬਲੀ ਜਿਹੀ ਲੜਕੀ ਹੈ। ਤੇ ਜਸਪ੍ਰੀਤ ਜਦੋਂ ਇੰਡੀਆ ਸੀ ਮਤਲਬ ਟਰੱਕਿੰਗ ਤੇ ਆਈ ਥਿੰਕ ਕਿਹੜੇ ਸੰਨ ਤੋਂ ਆਈ ਹੈ ਲਾਈਫ ਦੇ ਵਿੱਚ? About 5 years, 6 5 years almost now, yeah, 5-6 years now. ਕੈਨੇਡਾ ਕਿਹੜੀ ਈਅਰ ਚ ਆਏ ਹੋ? ਕੈਨੇਡਾ 2006 ਵਿੱਚ ਆਈ ਸੀ। ਅੱਛਾ, ਇਟਸ ਬੀਨ ਅ ਵਾਈਲ ਲਾਈਕ 15 ਹਾਂਜੀ ਹਾਂਜੀ ਹਾਂਜੀ। ਸੋ ਜਦੋਂ ਕੈਨੇਡਾ ਆਏ ਹੈ, ਤੁਸੀਂ ਆਏ ਹੋ 2006 ਦੇ ਵਿੱਚ, ਤੇ ਜਿਹੜੀ ਪਿੱਛੇ ਜਸਪ੍ਰੀਤ ਰਹਿ ਰਹੀ ਸੀ ਪਹਿਲਾਂ ਜਲੰਧਰ ਯੂਥ ਫੈਸਟੀਵਲਸ ਦੇ ਵਿੱਚ ਸਾਰਾ ਕੌਂਕਰ ਕਰਕੇ ਔਰ ਆਪਣਾ ਮਤਲਬ ਡਰਾਮਾਸ ਕੀ ਤੇ ਡਿਬੇਟਸ ਕੀ ਤੇ ਡਾਂਸਿੰਗ ਕੀ ਗਿੱਧਾ ਭੰਗੜਾ, ਤੇ ਉਹ ਜਿਹੜੀ ਆਰਟਿਸਟ ਜਸਪ੍ਰੀਤ ਤੋਂ ਲੈ ਕੇ ਇਹ ਟਰੱਕਰ ਜਸਪ੍ਰੀਤ ਤੱਕ ਦੀ ਜਿਹੜੀ ਟ੍ਰਾਂਜੀਸ਼ਨ ਹੈ ਲਾਈਕ ਸਮੂਥ ਰਹੀ ਹੈ ਕਿ ਕੋਈ ਅੜਚਣਾ ਆਈਆਂ ਜਾਂ ਸਾਈਕੋਲੋਜੀਕਲੀ ਕੁਝ ਫੀਲ ਹੋਇਆ ਹੈ ਇਸ ਚੀਜ਼ ਦਾ? ਨਹੀਂ, ਸਮੂਥ ਤਾਂ ਕੁਝ ਵੀ ਨਹੀਂ ਹੁੰਦਾ ਲਾਈਫ ਦੇ ਵਿੱਚ, ਅਪਸ ਐਂਡ ਡਾਊਨਸ ਤਾਂ ਆਉਂਦੇ ਹੀ ਰਹਿੰਦੇ ਆ, ਪਰ ਜੋ ਉਹ ਇੱਕ ਆਰਟਿਸਟ ਜਸਪ੍ਰੀਤ ਸੀਗੀ ਉਹ ਲਾਈਕ ਇੱਕ ਕਿਸੇ ਕਾਰਨਰ 'ਚ ਨਾ ਬਸ ਉਹ ਛੁਪ ਕੇ ਬੈਠ ਗਈ ਸੀਗੀ, ਆਪਾਂ ਇਹ ਕਹਿ ਸਕਦੇ ਹਾਂ। ਸੋ ਫॉर many years there was a hidden ਜਸਪ੍ਰੀਤ, ਪਰ ਉਹ ਸਿਰਫ ਗੈਟ ਟੂਗੇਦਰਸ ਤੇ ਜਾਂ ਪਾਰਟੀਜ਼ ਤੇ ਹੀ ਬਾਹਰ ਆਉਂਦੀ ਸੀਗੀ ਕਿ ਜਦੋਂ ਅਦਰਵਾਈਜ਼ ਨਾਰਮਲ ਰੂਟੀਨ ਦੇ ਵਿੱਚ ਤਾਂ ਸਟ੍ਰੈਸਫੁਲ ਲਾਈਫ ਆ, ਸਾਰੇ ਕੰਮ ਘਰ ਦੇ ਬਾਹਰ ਦੇ ਬੱਚਿਆਂ ਦੀ ਟੇਕ ਕੇਅਰ ਲਾਈਕ ਐਵਰੀਥਿੰਗ ਤੁਹਾਨੂੰ ਦੇਖਣਾ ਪੈਂਦਾ। ਸੋ ਉੱਥੇ ਵਾਲੀ ਜਸਪ੍ਰੀਤ ਨੂੰ ਮਤਲਬ ਕਦੀ ਬਿਲਕੁਲ ਡੈਡ ਨਹੀਂ ਹੋਣ ਦਿੱਤਾ। ਸੋ ਉਹ ਵਿੱਚ ਹੁੰਦਾ ਰਿਹਾ, ਉਹ ਵੀ ਉਹ ਤੇ ਪਾਰਟ ਆਫ ਯੂ ਹੈ ਨਾ, ਉਹ ਕਿਹੜਾ ਪਾਰਟ ਆਫ ਲਾਈਫ ਬਣ ਗਿਆ। ਸੋ ਤੇ ਜਸਪ੍ਰੀਤ ਉੱਥੇ ਜਿਹੜਾ ਤੁਸੀਂ ਇੰਨੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਰਹੇ ਹੋ ਕਾਲਜ ਦੇ ਵਿੱਚ ਸਪੈਸ਼ਲੀ, ਤੇ ਤੁਹਾਨੂੰ ਲੱਗਦਾ ਹੈ ਕਿ ਮਤਲਬ ਉਹ ਜਿਹੜਾ ਕੌਨਫੀਡੈਂਸ ਬਣਿਆ ਔਰ ਚੀਜ਼ਾਂ ਨੂੰ ਡੀਲ ਕਰਨਾ, ਨਵੇਂ-ਨਵੇਂ ਲੋਕਾਂ ਨਾਲ ਵੀ ਡੀਲ ਕਰਨਾ, ਉਹ ਚੀਜ਼ ਨੇ ਹੈਲਪ ਕੀਤਾ ਕਿਤੇ ਨਾ ਕਿਤੇ, ਖਾਸ ਕਰ ਇਸ ਫੀਲਡ ਵਿੱਚ ਪਲੰਜਨ ਕਰਨ ਨੂੰ ਜਾਂ ਐਬਸੋਲੂਟਲੀ ਹੈਲਪ ਕੀਤਾ ਆ। ਮੈਨੂੰ ਲੱਗਦਾ ਕਿ ਉਹ ਜਿਹੜਾ ਉਸ ਟਾਈਮ ਤੇ ਇੰਟਰ ਸਕੂਲ ਕੰਪੀਟੀਸ਼ਨਸ ਕਰਨਾ ਔਰ ਨੈਸ਼ਨਲ ਲੈਵਲ ਤੱਕ ਮੈਂ ਵਨ ਐਕਟ ਪਲੇਸ ਵਗੈਰਾ ਕੀਤੇ ਆ, ਯੂਥ ਫੈਸਟੀਵਲਸ ਕੀਤੇ ਆ, ਉਹਦੇ ਨਾਲ ਇੱਕ ਕੌਨਫੀਡੈਂਸ ਦਾ ਬਿਲਡ ਅਪ ਹੁੰਦਾ ਹੀ ਹੈ। ਤਾਂ ਤੁਹਾਨੂੰ ਲਾਈਕ ਯੂ ਡੋਂਟ ਹੈਸੀਟੇਟ ਟੂ ਟਾਕ ਟੂ ਡਿਫਰੈਂਟ ਨਿਊ ਪੀਪਲ ਨਾ, ਜੇ ਤੁਹਾਨੂੰ ਕੋਈ ਕੁਝ ਪੁੱਛਦਾ ਆ ਤੇ ਯੂ ਹੈਵ ਕੌਨਫੀਡੈਂਸ ਨਾ ਟੂ ਗਿਵ ਆਂਸਰ, ਯੂ ਹੈਵ ਗਟਸ ਟੂ ਗੋ ਥਰੂ ਦ ਡਿਫਰੈਂਟ ਪ੍ਰੋਬਲਮਸ, ਜੇ ਤੁਹਾਨੂੰ ਰਾਹ 'ਚ ਕੋਈ ਆਉਂਦੀਆਂ ਜਾਂ ਕੁਝ ਵੀ ਹੈ। ਸੋ ਏਦਾਂ ਨਹੀਂ ਕਿ ਜੇ ਆਪਾਂ ਟਰੱਕ ਵੀ ਚਲਾ ਰਹੇ ਹਾਂ, ਜੇ ਟੈਕਨੀਕਲ ਕੋਈ ਪ੍ਰੋਬਲਮ ਆ ਗਈ ਆ ਤੇ ਉੱਥੇ ਬਹਿ ਕੇ ਰੋਣ ਲੱਗ ਜਾਓ, ਲਾਈਕ ਏਦਾਂ ਨਹੀਂ। ਸੋ ਮੋਸਟਲੀ ਲੇਡੀਜ਼ ਤਾਂ ਹੀ ਟਰੱਕ ਨਹੀਂ ਚਲਾਉਂਦੀਆਂ ਬਿਕਾਜ਼ they are scared of the technical problems on the road. ਤੇ ਪਰ ਰੋਡ ਤੇ ਹੁੰਦੀਆਂ, ਪਰ I never hesitate to call service guys or stuff. So ਮੈਨੂੰ ਲੱਗਦਾ ਕਿ ਉਹ ਸਾਰੀ ਚੀਜ਼ਾਂ ਦਾ ਹੀ ਆ ਇੱਕ ਉਹ ਮੈਨੂੰ ਪੋਜ਼ਿਟਿਵ ਉਹਦਾ ਉਹ ਮਿਲਿਆ ਹੈ ਕਿ ਮੇਰਾ ਕੌਨਫੀਡੈਂਸ ਬਿਲਡ ਅਪ ਹੋਣ 'ਚ ਉਹ ਵੀ ਚੀਜ਼ਾਂ ਨੇ ਹੈਲਪ ਕੀਤੀ ਹੈ। ਜਸਪ੍ਰੀਤ ਮੈਂ ਸੋਚ ਰਹੀ ਸੀ ਕਿ ਤੁਸੀਂ ਇੰਨੇ ਛਾਏ ਰਹੇ ਹੋ ਕਾਲਜ ਟਾਈਮ ਤੇ, ਠੀਕ ਹੈ, ਸਾਰੀਆਂ ਆਪਣੇ ਉਹਦੇ ਵਿੱਚ ਤੁਹਾਡੇ ਮਤਲਬ ਚਰਚੇ ਸਾਰੇ ਸਕੂਲ ਕਾਲਜ ਵਿੱਚ ਹੁਣ ਵੀ ਹੁੰਦੇ ਆ, ਖਾਸ ਕਰ ਐਕਟਿੰਗ ਦੇ, ਡਰਾਮਾ ਦੇ, ਹਨਾ। ਆਰਟਿਸਟ ਜਸਪ੍ਰੀਤ ਜਿਹੜੀ ਆਰਟਿਸਟ ਜਿਹੜੇ ਹੁੰਦੇ ਬੜੇ ਸੌਫਟ ਜੇ ਔਰ ਇਮੋਸ਼ਨਲ ਜੇ, ਮਤਲਬ ਸੈਂਸਿਟਿਵ ਜੇ ਮੈਨੂੰ ਲੱਗਦਾ ਕ੍ਰੀਏਚਰ ਹੁੰਦੇ ਹੈ। ਤੇ ਜਿਹੜਾ ਤੁਸੀਂ ਫੀਲਡ ਜਿਹੜਾ ਚੁਣਿਆ ਜਿਹ 'ਚ ਤੁਸੀਂ ਕੰਮ ਕਰਦੇ ਹੋ, ਬਿਲਕੁਲ ਕੰਟਰਾਸਟ ਨਹੀਂ ਹੈ ਉਹ ਚੀਜ਼ ਦਾ। ਤੇ ਕਦੀ ਕੋਈ ਪ੍ਰੋਬਲਮ ਏਦਾਂ ਹੁੰਦੀ ਹੈ ਕਿ ਮਤਲਬ ਦੋਨੋਂ ਜਿਹੜੀਆਂ ਚੀਜ਼ਾਂ ਉਹ ਸਮੋ ਜਾਂਦੀਆਂ ਵਿੱਚ ਇਸ ਵਾਲੀ ਜਸਪ੍ਰੀਤ ਦੇ? ਨਹੀਂ, ਸਮਾਉਂਦੀਆਂ ਨਹੀਂ, ਦੇ ਆਰ ਟੂ ਡਿਫਰੈਂਟ ਥਿੰਗਸ। ਮੈਨੂੰ ਏਦਾਂ ਲੱਗਦਾ ਕਿ ਉਹ ਜਿਹੜੀ ਇੱਕ ਇਮੋਸ਼ਨਲ ਜਾਂ ਇੱਕ ਬਬਲੀ ਨੇਚਰ ਵਾਲੀ ਜਸਪ੍ਰੀਤ ਹੈ ਨਾ, ਉਹ ਲਾਈਕ ਉਦੋਂ ਹੀ ਬਾਹਰ ਆਉਂਦੀ ਹੈ ਜਦੋਂ ਉਹਨੂੰ ਬੁਲਾਉਣਾ ਪੈਂਦਾ। ਅਦਰਵਾਈਜ਼ ਜਿਹੜੀ ਟਰੱਕਿੰਗ ਦੇ ਵਿੱਚ ਆ, ਉਹ ਤਾਂ ਫਿਰ ਇੱਕ ਪ੍ਰੋਫੈਸ਼ਨ ਹੈ ਨਾ,
like just like doctors, if he's doing any surgery or something, ਤੇ ਉਹ ਉਸ ਟਾਈਮ ਤੇ ਉਹ ਰੋਮਾਂਟਿਕ ਨਹੀਂ ਹੋ ਸਕਦਾ, ਉਸ ਟਾਈਮ ਤੇ ਉਹ ਫਨੀ ਨਹੀਂ ਹੋ ਸਕਦਾ। ਸੋ ਸੇਮ ਥਿੰਗ, ਇਹ ਲਾਈਕ ਜੇ ਮੈਂ ਰੋਡ ਦੇ ਉੱਤੇ ਆ ਤੇ ਫਿਰ ਰੋਡ ਦੇ ਉੱਤੇ ਹੀ ਆ, ਫਿਰ ਉਹ ਜੌਬ ਹੀ ਹੈ। ਤੇ ਮਿਸ ਕਰਦੇ ਹੋ ਮਤਲਬ ਟਰੱਕਰ ਜਸਪ੍ਰੀਤ, ਆਰਟਿਸਟ ਜਸਪ੍ਰੀਤ ਨੂੰ ਲੱਭਦੀ ਹੈ, ਮਿਸ ਕਰਦੀ ਹੈ ਕਦੀ? ਬਹੁਤ ਜ਼ਿਆਦਾ ਮਿਸ ਕਰਦੀ ਆ। ਪਰ ਉਹੀ ਇੱਕ ਮੇਰੇ ਕੋਲ ਇੱਕ ਓਪਰਚੁਨਿਟੀ ਵੀ ਹੈ ਕਿ ਜਦੋਂ ਮੈਂ ਟਰੱਕ ਦੇ ਵਿੱਚ ਆ, ਮੈਂ ਇਕੱਲੀ ਹੁੰਨੀ ਆ, ਸੋ ਆਈ ਲਵ ਟੂ ਸਿੰਗ, ਇਕੱਲੀ ਡਰਾਈਵ ਕਰਦੇ ਕਰਦੇ ਡਾਇਲੌਗਸ ਬੋਲਦੀ ਰਹਿੰਦੀ ਆ, ਤੇ ਕੁਛ ਨਾ ਕੁਛ ਯਾਦ, ਕੋਈ ਪੁਰਾਣੇ ਟਾਈਮ ਯਾਦ ਕਰਕੇ ਇਕੱਲੇ ਹੱਸੀ ਜਾਂਦੀ ਆ। ਸੋ ਉਹ ਪਤਾ ਨਾ ਕਿ ਕੋਈ ਵਾਚ ਨਹੀਂ ਕਰ ਰਿਹਾ, ਸੋ ਆਈ ਹੈਵ ਮਾਈ ਓਨ ਟਾਈਮ। ਮੈਂ ਇੱਕ ਗੱਲ ਕੱਟ ਰਹੀ ਹਾਂ, ਪੁਰਾਣੇ ਟਾਈਮ ਚੋਂ ਕੋਈ ਏਦਾਂ ਦਾ ਕੋਈ ਖਾਸ ਇਨਸਾਨ ਜਾਂ ਕੋਈ ਏਦਾਂ ਦੀ ਮੈਮਰੀ ਹੈ ਮਤਲਬ ਜਿਹਨੂੰ ਤੁਸੀਂ ਬਹੁਤ ਚੈਰਿਸ਼ ਕਰਦੇ ਆ ਜਾਂ ਸੋਚਦੇ ਆ ਕਿ ਮਤਲਬ ਇਹ ਇਨਸਾਨ ਜਿਹੜਾ ਨਾ, ਮਤਲਬ ਇਹ ਮੇਰੀ ਜ਼ਿੰਦਗੀ 'ਚ ਹੈ, ਆਇਆ ਸੀ, ਜਾਂ ਮਤਲਬ ਕੋਈ ਹੈ ਏਦਾਂ ਦਾ ਖਾਸ? ਏਦਾਂ ਦੇ ਕਾਫੀ ਜਾਣੇ ਆ, ਸਕੂਲ ਦੀਆਂ ਟੀਚਰਸ, ਕਾਲਜ ਦੀਆਂ ਟੀਚਰਸ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਔਰ ਮੇਰੇ ਵਾਸਤੇ ਲਾਈਕ 골ਡਨ ਡੇਜ਼ ਆਫ ਮਾਈ ਲਾਈਫ ਉਹੀ ਹੈ ਜਦੋਂ ਇੱਕ ਵਾਰੀ ਅਸੀਂ ਨੈਸ਼ਨਲਸ ਤੇ ਗਏ ਸੀਗੇ ਵਨ ਐਕਟ ਪਲੇ ਪਰਫਾਰਮ ਕਰਨ ਥਰੂ BDOria ਕਾਲਜ। ਉਹ ਸਾਨੂੰ ਜਿਹੜੇ ਅੱਜ ਦੇ ਲਾਈਕ ਫੇਮਸ ਕਾਮੇਡੀਅਨ ਕਪਿਲ ਸ਼ਰਮਾ, ਉਸ ਟਾਈਮ ਤੇ ਉਹਨਾਂ ਨੇ ਡਾਇਰੈਕਟ ਕੀਤਾ ਸੀ ਉਹ ਪਲੇ। ਵਾਓ। ਸੋ ਲਾਈਕ ਹੀ ਵਾਸ ਵੈਰੀ ਕਲੋਜ਼ ਟੂ ਮੀ, ਤੇ ਉਹ ਹੀ ਮੈਨੂੰ ਉੱਥੇ ਉਹਨਾਂ ਦੇ ਨਾਲ ਲਾਈਕ ਫੁੱਲ ਟੀਮ ਸੀਗੀ ਸਾਡੀ, ਅਸੀਂ ਉੱਥੇ ਗਏ ਸੀਗੇ। ਸੋ ਉਹਨਾਂ ਨੇ ਨਾਲ ਉੱਥੇ ਲੈ ਕੇ ਗਏ, ਫਨ ਕੀਤਾ, ਵਨ ਐਕਟ ਪਲੇ ਕੀਤਾ, ਐਂਡ ਵੀ ਆਲਸੋ ਡਿਜ਼ਰਵਡ ਅ ਪੋਜੀਸ਼ਨ ਦੇਅਰ। ਸੋ ਉਹ ਮੇਰੇ ਵਾਸਤੇ 15 ਦਿਨ ਦਾ ਟ੍ਰਿਪ, ਲਾਈਕ ਇਟ ਵਾਸ ਲਾਈਕ ਆਈ ਮੀਨ ਦ ਬੈਸਟ ਡੇਜ਼ ਆਫ ਮਾਈ ਲਾਈਫ। ਯਾ ਤੇ ਜਸਪ੍ਰੀਤ, ਮੈਂ ਇੱਕ ਖਾਸ ਇੱਕ ਤੁਹਾਡੇ ਲਈ ਗਿਫਟ ਤੋਹਫਾ ਲੈ ਕੇ ਆਈ ਹਾਂ। ਭੇਜਣ ਵਾਲਾ ਕੌਣ ਹੈ ਇਹ ਤੁਸੀਂ ਖੁਦ ਗੈਸ ਕਰਨਾ ਹੈ। ਨੋ ਪ੍ਰਾਈਜ਼ ਫॉर ਗੈਸਿੰਗ, ਬਟ ਤੇ ਮੈਂ ਇਹ ਤੁਹਾਡੇ ਤੱਕ ਪਹੁੰਚਾ, ਹੁਣ ਕਿਉਂਕਿ ਕੈਨੇਡਾ ਤੇ ਨਹੀਂ ਆ ਸਕਦੀ, ਇਹ ਮੈਂ ਤੁਹਾਡੇ ਤੱਕ ਪਹੁੰਚਾ ਰਹੀ ਹਾਂ, ਜ਼ਰਾ ਆ ਸੁਣਨਾ ਪਲੀਜ਼। ਜਸਪ੍ਰੀਤ ਮੇਰੀ ਛੋਟੀ ਭੈਣ ਵੀ ਹੈ, ਮੇਰਾ ਬੱਚਾ ਵੀ ਹੈ, ਮੇਰੀ ਸਭ ਤੋਂ ਫੇਵਰੇਟ ਸਟੂਡੈਂਟ ਸੀਗੀ ਹੈ। ਮੈਨੂੰ ਉਦੋਂ ਵੀ ਇੱਥੇ ਬੜਾ ਮਾਣ ਸੀਗਾ, ਤੇ ਮੈਨੂੰ ਹੁਣ ਵੀ ਬੜਾ ਮਾਣ ਹੈ, ਔਰ ਹੁਣ ਜ਼ਿਆਦਾ ਮਾਣ ਹੈ, ਕਿਉਂਕਿ ਹੁਣ ਜਿਸ ਤਰੀਕੇ ਨਾਲ ਇਹ ਕੈਨੇਡਾ ਦੇ ਵਿੱਚ ਲੋਕੀ ਕਹਿੰਦੇ ਨਾ ਕਿ ਇਹ ਤੇ ਮੁੰਡਿਆਂ ਦਾ ਕੰਮ ਹੈ ਜੀ ਟਰੱਕਿੰਗ, ਸੋ ਇਹ ਜਸਪ੍ਰੀਤ ਨੇ ਗਲਤ ਸਾਬਿਤ ਕਰਤਾ ਕਿ ਨਹੀਂ, ਕੋਈ ਵੀ ਕੰਮ ਹੋਵੇ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੈ। ਸੋ ਮੈਨੂੰ ਬਹੁਤ 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 ਜ਼ਿਆਦਾ ਮਾਣ ਹੈ ਜਸਪ੍ਰੀਤ ਤੇ, ਔਰ ਪਰਮਾਤਮਾ ਕਰੇ ਇਸ ਤਰ੍ਹਾਂ ਹੀ ਇਹ ਹੱਸਦੀ ਬੜੀ ਪਿਆਰੀ ਹੈ, ਔਰ ਇਸ ਤਰ੍ਹਾਂ ਹੀ ਹੱਸਦੀ ਖੇਲਦੀ ਰਵੇ। ਔਰ ਜੋ ਵੀ ਤੂੰ ਕਰ ਰਹੀ ਹੈ ਜਸਪ੍ਰੀਤ, ਸਾਨੂੰ ਸਾਰਿਆਂ ਨੂੰ ਤੇਰੇ ਤੇ ਬਹੁਤ ਮਾਣ ਹੈ, ਔਰ ਪਰਮਾਤਮਾ ਕਰੇ ਜਲਦੀ ਤੁਸੀਂ ਇੱਥੇ ਆਓ ਜਾਂ ਅਸੀਂ ਕੈਨੇਡਾ ਆਈਏ ਤੇ ਜ਼ਰੂਰ ਮੁਲਾਕਾਤ ਕਰਦੇ ਹਾਂ। ਸੋ ਲਵ ਯੂ ਮੇਰਾ ਪੁੱਤਰ, ਗੋਡ ਬਲੈਸ ਯੂ। so sweet, oh my god। कपिल शर्मा जी ने खास अपनी पुत्र, अपने जसप्रीत, अपने फेवरेट स्टूडेंट ਲਈ ਆਪਣੀ ਸਿਸਟਰ ਲਈ ਇਹ ਮੈਸੇਜ ਭੇਜਿਆ। ਐਂਡ ਆਈ ਥਿੰਕ not just him, ਜਸਪ੍ਰੀਤ, I think ਅਸੀਂ ਸਭ ਇੰਨਾ ਜ਼ਿਆਦਾ, because I saw your interaction on Omni TV as well, and I was like ਕਿ ਛੋਟੀ ਜਿਹੀ ਲੜਕੀ ਹੈ, ਮਤਲਬ ਟਰੱਕ ਕਿੱਥੇ ਜਾਂਦਾ ਹੈ, ਉਹਦੇ ਵਿੱਚ ਚੜਨਾ ਹੀ ਮੁਸ਼ਕਿਲ ਹੁੰਦਾ ਹੈ। ਔਰ ਦੂਜਾ ਇੱਕ ਆ ਜਿਹੜਾ ਬੈਰੀਅਰ ਹੈ, ਆਈ ਥਿੰਕ ਜਿਹੜਾ ਕੋਈ ਬੜਾ ਸਲੋ ਡਰਾਈਵਰ ਸੜਕ ਤੇ ਵੀ ਜਾ ਰਿਹਾ ਹੋਵੇ ਨਾ, ਤਾਂ ਪਿੱਛੋਂ ਸਾਰੇ ਇਹ ਕਹਿੰਦੇ ਕਿ ਇਹ ਪੱਕਾ ਲੇਡੀ ਡਰਾਈਵ ਕਰ ਰਹੀ ਹੈ। ਉਹ ਚੀਜ਼ ਨੂੰ ਮਤਲਬ ਉਹ ਸਾਰੇ ਬੈਰੀਅਰਸ ਨੂੰ ਓਵਰਕਮ ਕਰਕੇ ਔਰ ਆਪਣੀ ਕੋ ਜਿਹੜੀ ਖਾਸ ਜਿਹੜੀ ਜਗ੍ਹਾ ਬਣਾਉਣੀ ਹੈ ਇਨ ਦਿਸ ਫੀਲਡ ਸਪੈਸ਼ਲੀ। ਜਸਪ੍ਰੀਤ, ਕਿੰਨੇ ਲੜਕੀਆਂ ਹੈ ਜਿਹੜੀਆਂ ਇਸ ਫੀਲਡ ਵਿੱਚ ਤੁਹਾਨੂੰ ਜਾਣਦੀਆਂ, ਆਪਣੀਆਂ ਪੰਜਾਬੀ ਲੜਕੀਆਂ? ਮੈਨੂੰ ਤਾਂ ਕੋਈ ਵੀ ਨਹੀਂ ਜਾਣਦੀ ਐਕਚੁਅਲੀ ਪੰਜਾਬੀ ਲੜਕੀ, ਨਾ ਸਾਡੇ ਰਿਲੇਟਿਵਸ ਦੇ ਵਿੱਚ, ਨਾ ਦੂਰ ਦੂਰ, ਮੈਂ ਕਿਸੇ ਨੂੰ ਨਹੀਂ ਜਾਣਦੀ ਜਿਹੜੀ ਕਿ ਟਰੱਕ ਡਰਾਈਵ ਕਰਦੀ ਹੈ। ਸੋ ਬਾਕੀ ਉਦਾਂ ਜਿੱਦਾਂ ਔਨ ਦਾ ਰੋਡ ਵੀ ਬਹੁਤ ਰੇਅਰ ਆ ਕਿ ਕੋਈ ਟੱਕਰ ਜਾਵੇ, ਔਰ ਮੋਸਟਲੀ ਟੀਮ ਦੇ ਵਿੱਚ ਹੁੰਦੇ ਆ, ਜੇ ਕੋਈ ਲੌਂਗ ਰੂਟ ਤੇ ਵੀ ਜਾਏ ਤੇ ਉਹ ਹਸਬੈਂਡ ਵਾਈਫ ਇਕੱਠੇ ਚਲਾਉਂਦੇ ਆ। ਹਾਂਜੀ, ਸੋ ਕੱਲਿਆਂ ਲਾਈਕ ਹੋਰ ਕਮਿਊਨਿਟੀਜ਼ ਦੇ ਲੋਕ ਕਈ ਵਾਰੀ ਦੇਖੀਦੇ ਆ,
ਕੋਈ ਗੋਰੀਆਂ ਜਾਂ ਕੋਈ ਹੋਰ ਕਮਿਊਨਿਟੀਜ਼ ਏਦਾਂ, ਪਰ ਇੰਡੀਅਨ ਬਹੁਤ ਰੇਅਰ ਮਿਲਦੇ ਆ, ਬਹੁਤ ਰੇਅਰ। ਹਾਂਜੀ, ਬੜੀ ਹਿੰਮਤ ਚਾਹੀਦੀ ਹੈ, ਬਹੁਤ ਹੌਸਲਾ ਚਾਹੀਦਾ ਹੈ ਇਹਦੇ ਲਈ। ਹਾਂਜੀ ਹਾਂਜੀ ਹਾਂਜੀ। ਜਸਪ੍ਰੀਤ, ਕਦੀ ਏਦਾਂ ਸੋਚਿਆ ਕਿ ਲਾਈਕ ਆਈ ਨੋ ਯੂ ਆਰ ਵੈਰੀ ਹੈਪੀ ਵਿਦ ਦ ਟਰਕਿੰਗ ਥਿੰਗ ਐਂਡ ਨਾਲੇ ਇਹਨੇ ਇੱਕ ਨਵੀਂ ਪਹਿਚਾਨ, ਇੱਕ ਅਲੱਗ ਪਹਿਚਾਨ ਵੀ ਦਿੱਤੀ ਹੈ, ਸੋ ਆਲ ਥੈਂਕਸ ਟੂ ਦਿਸ। ਔਰ ਹੋਇਆ ਵੀ ਤੁਹਾਡੀ ਹਿੰਮਤ ਸਦਕੇ ਹੀ ਹੈ। ਤੇ ਪਰ ਕਦੀ ਏਦਾਂ ਮਨ ਕਰਦਾ ਹੈ, ਕਿਸੇ ਕੋਨੇ 'ਚ ਖੁਆਇਸ਼ ਹੈ ਕਿ ਟਰਕਿੰਗ ਨੂੰ ਹੁਣ ਮੈਂ ਥੋੜੀ ਦੇਰ ਲਈ ਛੱਡ ਦੇਵਾਂ ਤੇ ਮੈਂ ਰੇਡੀਓ ਟੀਵੀ ਵੱਲ ਹੋ ਜਾਵਾਂ, ਜਾਂ ਡਰਾਮਾਜ਼ ਵੱਲ ਹੋ ਜਾਵਾਂ, ਜਾਂ ਐਕਟਿੰਗ ਵੱਲ ਹੋ ਜਾਵਾਂ? ਹੁੰਦਾ ਸਮਟਾਈਮਸ, ਇਦਾਂ ਦਾ ਖਿਆਲ ਆ ਜਾਂਦਾ ਆ, ਜਿੱਦਾਂ ਕਿਉਂਕਿ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਮਾਸ ਕਮਿਊਨੀਕੇਸ਼ਨ 'ਚ ਹੈ, ਜਰਨਲਿਜ਼ਮ 'ਚ ਹੈ, ਸੋ ਕਦੀ ਕਦੀ ਇਦਾਂ ਹੁੰਦਾ ਕਿ ਮੈਂ ਜਰਨਲਿਜ਼ਮ ਵਾਲੀ ਸਾਈਡ, ਮੀਡੀਆ ਵਾਲੀ ਸਾਈਡ ਜੇ ਮੈਂ ਜਾਵਾਂ ਤਾਂ ਮੈਂ ਸ਼ਾਇਦ ਉਹਦੇ 'ਚ ਵੀ ਕੁਝ ਬੈਟਰ ਕਰ ਸਕਦੀ ਹਾਂ। ਪਰ ਫਿਰ ਅਗੇਨ ਉਹਦੇ ਵਾਸਤੇ ਫਿਰ ਲਾਈਕ ਨਵੇਂ, ਲਾਈਕ ਇਟ ਵੁੱਡ ਬੀ ਅ ਨਿਊ ਸਟੈਪ ਫॉर ਮੀ, ਹੈ ਨਾ। ਸੋ ਉਹ ਸਾਰਾ ਕੁਝ ਨਵੇਂ ਸਿਰੇ ਤੋਂ ਸਟਾਰਟ ਕਰਨ ਤੋਂ ਥੋੜਾ ਜਿਹਾ ਫਿਰ ਆਪ ਹੀ ਹੈਸੀਟੇਟ ਹੋ ਜਾਈਦਾ, ਜਾਂ ਰਿਸਪੌਂਸਿਬਿਲਿਟੀਜ਼ 'ਚ ਆਪਣੀਆਂ ਹੋਰ ਘਰ ਦੀਆਂ ਪ੍ਰਾਇੋਰਟੀਜ਼ 'ਚ ਫਸ ਜਾਈਦਾ, ਸੋ ਫਿਰ ਉਹ ਡ੍ਰੀਮਸ ਨੂੰ ਪਿੱਛੇ ਛੱਡਣਾ ਪੈ ਜਾਂਦਾ ਹੈ। ਅੱਛਾ, ਇੱਕ ਪਰਸਨਲ ਸਵਾਲ ਪੁੱਛਦੀ ਹਾਂ ਜਿਹਦਾ ਬਹੁਤ ਦਿਲ, ਮਤਲਬ ਸੱਚੇ ਦਿਲ ਨਾਲ ਆਨਸਰ ਕਰਨਾ ਹੈ। ਹਾਂਜੀ। ਪੈਸਾ ਵੀ ਨਹੀਂ ਦੇਖਣਾ, ਪ੍ਰਾਇੋਰਟੀਜ਼ ਵੀ ਨਹੀਂ ਦੇਖਣੀਆਂ, ਘਰ ਬੱਚੇ ਕੁਝ ਨਹੀਂ, ਠੀਕ ਹੈ। ਜਸਪ੍ਰੀਤ ਐਜ਼ ਇਟ ਇਜ਼, ਬਿਕੋਜ਼ ਯੂ ਵੇਅਰ ਸੋ ਮੈਨੀ ਹੈਟਸ, ਤੇ ਕੋਈ ਹੋਰ ਇਹ ਰੀਜ਼ਨ ਨਹੀਂ ਕੋਈ ਦੱਸਣਾ, ਬਟ ਜੇ ਆਰਟਿਸਟ ਤੇ ਟਰਕਿੰਗ, ਇਹਨਾਂ ਦੋਨਾਂ ਵਿੱਚੋਂ ਜਸਪ੍ਰੀਤ ਨੂੰ ਆਪਸ਼ਨ ਹੋਵੇ ਇੱਕ ਚੂਜ਼ ਕਰਨਾ? ਬੜਾ ਔਖਾ ਸਵਾਲ ਪੁੱਛ ਲਿਆ ਮੇਰੇ ਕੋਲੋਂ। ਆਬਵੀਅਸਲੀ ਜਿੱਦਾਂ ਹੁਣ ਮੈਂ ਕਪਿਲ ਉਹਨਾਂ ਨੂੰ ਦੇਖਦੀ ਆ, ਸਾਰੇ ਜਣੇ, ਹਨਾ, ਤੇ ਫਿਰ ਦਿਲ ਕਰਦਾ ਕਿ ਆਰਟਿਸਟ ਇਜ਼ ਦ ਬੈਸਟ ਆਪਸ਼ਨ। ਤੇ ਉਹ ਵੀ ਆਰਟਿਸਟ ਵਾਲੀ ਫੀਲਡ ਤਾਂ ਹੀ ਛੱਡਣੀ ਪਈ ਕਿਉਂਕਿ ਮੇਰੀ ਮੈਰਿਜ ਹੋ ਗਈ ਜਸਟ ਆਫਟਰ ਦ ਗ੍ਰੈਜੂਏਸ਼ਨ, ਸੋ ਮੈਂ ਅੱਗੇ ਨਹੀਂ ਕਰ ਸਕੀ। ਤੇ ਨਹੀਂ ਤੇ ਉਹੀ ਉਹ ਤਾਂ ਬਰੈਂਪਟਨ, ਇੱਥੇ ਤੁਹਾਡੇ ਕੈਨੇਡਾ ਤਾਂ ਭਰਿਆ ਹੋਇਆ ਹੈ ਓਪਰਚੁਨਿਟੀਜ਼ ਨਾਲ, ਆਈ ਥਿੰਕ। ਬਰੈਂਪਟਨ ਵੀ ਭਰਿਆ, ਹਾਂਜੀ, ਉਦਾਂ, ਪਰ ਕਦੀ ਪਿੱਛੇ ਨਹੀਂ ਹਟੀ ਇਹਨਾਂ ਕੰਮਾਂ ਚੋਂ। ਲਾਈਕ ਤੀਆਂ ਦਾ ਮੇਲਾ ਹੋ ਗਿਆ, ਅੱਛਾ, ਠੀਕ ਹੈ, ਪੜਾਸ ਉੱਥੇ ਨਿਕਲ ਜਾਂਦੀ ਹੈ, ਉਹ ਪੜਾਸ ਉੱਥੇ ਨਿਕਲ ਜਾਂਦੀ ਹੈ। ਈਵਨ ਜਿਹੜੇ ਉਹ ਗਰਬਾ, ਹਨਾ, ਉੱਥੇ ਆ ਜਾਂਦਾ, ਦੀਵਾਲੀ ਫੰਕਸ਼ਨਸ ਹੁੰਦੇ ਆ, ਸੋ ਕੁਛ ਨਾ ਕੁਛ ਓਕੇਜ਼ਨਸ ਚੱਲਦੇ ਹੀ ਰਹਿੰਦੇ ਆ, ਸੋ ਉਹ ਉੱਥੇ ਪੜਾਸ ਨਿਕਲ ਜਾਂਦੀ ਹੈ। ਹਾਂਜੀ। ਤੇ ਬੱਚੇ, do you think your kids are also interested? ਕੋਈ ਕਿਸੇ ਦਾ ਆਰਟਿਸਟ ਬੈਂਟ ਆਫ ਮਾਈਂਡ ਹੈ? No, my both my kids are like their dad, ਤੇ ਉਹ ਵੀ ਬਹੁਤ ਸਿੰਪਲ ਜੇ, ਰਿਜ਼ਰਵ ਜੇ ਹੈ, ਤੇ ਬੱਚੇ ਵੀ ਉਦਾਂ ਦੇ ਹੀ ਹੈ। ਆਊਟਗੋਇੰਗ ਏਦਾਂ ਕੋਈ ਨਹੀਂ, ਗਾਉਣ ਬਜਾਉਣ, ਇਹ ਨੱਚਣ ਗਾਉਣ ਵਾਲਾ ਕੋਈ ਨਹੀਂ ਵਿੱਚ? ਮੈਂ ਕਈ ਵਾਰੀ ਆਪ ਹੈਰਾਨ ਹੁੰਦੀ ਹੈ, ਮੇਰੇ ਬੱਚੇ ਦੋਨੇ, so they are very reserved, very like, you know, opposite from me, ਇਹ ਵਾਲੀ ਫੀਲਡ ਤੋਂ। ਇਹਦੇ ਵਿੱਚ ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਹੋ, ਤੁਹਾਨੂੰ ਮਤਲਬ ਇਕੱਲੇ ਜਦੋਂ ਜਾਂਦੇ ਹੋ ਤੇ ਕੋਈ ਪ੍ਰੋਬਲਮ ਆਉਂਦੀ ਹੈ? ਕੋਈ ਮਤਲਬ ਪਹੁੰਚ ਕੇ ਲੋਡ ਲਾਉਣਾ, ਮਤਲਬ ਜੋ ਜਿੱਦਾਂ ਵੀ ਤੁਹਾਡਾ ਉਹ ਸਾਰਾ ਸਿਸਟਮ ਜਿਹਾ ਪਿੱਛੇ ਵਾਲਾ ਲਾਉਣਾ ਹੁੰਦਾ? ਨਹੀਂ, ਉਹ ਅਸੀਂ ਤਾਂ ਲਾਉਣਾ ਤਾਂ ਕੰਪਨੀ ਵਾਲਿਆਂ ਨੇ ਹੁੰਦਾ, ਅਸੀਂ ਤਾਂ ਲਾਈਕ ਉੱਥੇ ਟਰੱਕ ਸਟਾਪ ਕਰਨਾ ਜਾਂ ਬੈਕ ਲਾਣੀ ਜਾਂ ਕੁਛ ਆ। ਸੋ ਪ੍ਰੋਬਲਮਸ ਤਾਂ ਛੋਟੀਆਂ ਛੋਟੀਆਂ ਕਈ ਵਾਰੀ ਆਉਂਦੀਆਂ ਰਹਿੰਦੀਆਂ ਆ, ਕਈ ਵਾਰੀ ਲਾਈਕ ਵੇਟਿੰਗ ਬਹੁਤ ਕਰਨੀ ਪੈ ਜਾਂਦੀ ਹੈ, ਸੋ ਕਈ ਉਹਦੇ ਵਾਸਤੇ ਲਾਈਕ ਉਹ ਟਾਈਮ ਵੇਸਟ ਆ, ਬਹਿਣਾ ਪੈਂਦਾ ਆ ਉਦਾਂ ਹੀ। ਫਿਰ ਕਈ ਵਾਰੀ ਜੇ ਆਪਾਂ ਟ੍ਰੇਲਰ ਲਾ ਹੀ ਦਿੱਤਾ ਆ, ਸੋ ਲੋਡ ਹੋਣ ਨੂੰ ਟਾਈਮ ਲੱਗ ਜਾਂਦਾ ਆ, ਕਈ ਵਾਰੀ ਟੈਕਨੀਕਲ ਇਸ਼ੂਜ਼ ਆ ਜਾਂਦੇ ਆ, ਟ੍ਰੇਲਰ ਨੂੰ ਜਦੋਂ ਹੁੱਕ ਕਰੀਦਾ ਟਰੱਕ ਦੇ ਨਾਲ, ਉਹਦੇ 'ਚ ਕਈ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਗਈ, ਕੁਝ ਹੋ ਗਿਆ, ਛੋਟੇ-ਮੋਟੇ ਜੋ ਵੀ ਛੋਟੀਆਂ ਪ੍ਰੋਬਲਮਸ ਤਾਂ ਹੁੰਦੀਆਂ ਹੀ ਆ। ਹਾਂਜੀ, ਪਰ ਜੇ ਨਾਲ ਹਸਬੈਂਡ ਹੋਣ ਮੇਰੇ, ਜਿੱਦਾਂ ਉਹ ਆਪਣੇ ਟਰੱਕ ਤੇ ਹੁੰਦੇ ਆ, ਮੈਂ ਆਪਣੇ ਤੇ, ਅਸੀਂ 2 ਲੋਡ ਇਕੱਠੇ ਲੈ ਕੇ ਜਾਂਦੇ ਆ ਯੂਜੂਅਲੀ, ਸੋ ਉਹ ਸਮਟਾਈਮਸ ਹੈਲਪ ਕਰ ਦਿੰਦੇ ਆ। ਹਾਂਜੀ ਹਾਂਜੀ, ਏਦਾਂ ਹੋ ਜਾਂਦਾ। So basically you are happy being into this profession? ਹਾਂਜੀ, if I drive my own, sometimes ਅਸੀਂ ਟੀਮ 'ਚ ਵੀ ਜਾਂਦੇ ਆ, ਮੈਂ ਤੇ ਮੇਰੇ ਹਸਬੈਂਡ, ਸੋ ਉਹ ਮੈਨੂੰ ਥੋੜਾ ਔਖਾ ਲੱਗਦਾ ਕਰਕੇ। ਹੁਣ it's been 16 years of my marriage, ਤਾਂ ਉਹ ਇੰਨੀਆਂ ਗੱਲਾਂ ਵੀ ਨਹੀਂ ਹੁਣ ਬਚੀਆਂ, ਸੋ ਇਸ ਤੋਂ ਬੈਟਰ ਹੈ ਕਿ ਆਪਣੇ ਟਰੱਕ 'ਚ ਥੋੜੀ ਸਪੇਸ ਵੀ ਹੋਵੇ ਤੇ ਪੈਸਾ ਵੀ ਹੋਵੇ।
ਜਾਂ ਉਹ ਇਕੱਲੇ ਇਕੱਠੇ ਬਹਿਣਾ ਵੀ ਉਹ ਫਿਰ ਕਿਸੇ ਨਾ ਕਿਸੇ ਗੱਲ ਤੋਂ ਇਦਾਂ ਲੱਗਦਾ ਕਿ ਕਿਤੇ ਆਰਗਿਊ ਨਾ ਹੋ ਜਾਵੇ, ਗੱਲ ਤਾਂ ਕੁਝ ਵੀ ਨਹੀਂ ਹੈ। ਕਹਾਣੀ ਘਰ ਕੀ ਬਟ ਆਈ ਐਮ ਸੀਰੀਅਸਲੀ ਸੋ ਪ੍ਰਾਊਡ। ਮੈਂ ਉਹ ਦੇਖ ਕੇ ਨਾ ਜਦੋਂ ਤੁਹਾਡੀ ਇੰਟਰਵਿਊ ਹੀ ਮੈਂ ਜਦੋਂ ਟੈਲੀਵਿਜ਼ਨ ਤੇ ਦੇਖੀ, I was like really carried away ਕਿ ਕਮਾਲ ਹੈ ਕਿ ਮਤਲਬ this was one field ਜਿਹ 'ਚ ਮੈਂ ਕਦੀ ਕਿਸੇ ਨੂੰ ਵੀ ਨਹੀਂ ਦੇਖਿਆ ਸੀ ਆਪਣੀ ਕਮਿਊਨਿਟੀ ਤੋਂ। ਬਹੁਤ ਰੇਅਰ। ਹਾਂਜੀ ਜਦੋਂ ਜਲੰਧਰ ਤੋਂ ਹੀ ਨਿਕਲਦੇ ਹੈ ਤੇ ਹੋਰ ਵੀ ਜ਼ਿਆਦਾ ਖੁਸ਼ੀ। ਫਿਰ ਜਦੋਂ ਪਤਾ ਲੱਗਦਾ ਹੈ ਕਿ ਜਸਪ੍ਰੀਤ ਢਿੱਲੋਂ ਹੈ ਫਿਰ ਡਬਲ ਖੁਸ਼ੀ। ਫਿਰ ਪਤਾ ਲੱਗਦਾ ਹੈ ਕਿ ਜਸਪ੍ਰੀਤ ਆਰਟਿਸਟ ਹੈ ਫਿਰ ਖੁਸ਼ੀ। I know. Thank you so much. ਤੁਸੀਂ ਮੈਨੂੰ ਇੰਨਾ appreciate ਕੀਤਾ। No, honestly, everything about you is so positive, ਇੰਨੀ vibrant and happy vibes ਹੈ ਨਾ। ਤੇ ਮੈਂ ਜਦੋਂ ਐਕਚੁਅਲੀ ਦੇਖ ਵੀ ਰਹੀ ਸੀ, ਮੈਂ ਆਪਣੀ ਥਾਟ ਇੱਕ ਸ਼ੇਅਰ ਕਰਦੀ ਹਾਂ। ਮੇਰੇ ਦਿਮਾਗ ਵਿੱਚ ਇਹ ਆ ਰਿਹਾ ਸੀ ਕਿ ਨਾਰਮਲੀ ਏਦਾਂ ਹੁੰਦਾ ਹੈ ਕਿ ਜਿੱਦਾਂ ਤੁਸੀਂ ਯੂ ਬੀਇੰਗ ਐਨ ਆਰਟਿਸਟ ਬਹੁਤ ਸਾਰਾ ਬੜੇ ਬਿਊਟੀਫੁਲ ਟਾਈਮ ਉੱਥੇ ਜੀਆ, ਠੀਕ ਹੈ, ਕਾਲਜ ਟਾਈਮ ਐਂਡ ਐਵਰੀਥਿੰਗ। ਫਿਰ ਤੁਸੀਂ ਇੱਕਦਮ ਲਾਈਫ ਚੇਂਜ ਹੋ ਜਾਂਦੀ ਹੈ ਆ ਕੇ। ਜ਼ਿਆਦਾ ਲੋਕ ਥੋੜਾ ਡਿਪਰੈਸ ਹੋ ਜਾਂਦੇ ਆ ਔਰ ਮਤਲਬ ਖੁਸ਼ ਨਹੀਂ ਰਹਿ ਪਾਉਂਦੇ, ਇੰਨੇ ਚੇਅਰਫੁਲ ਨਹੀਂ ਹੁੰਦੇ। ਤੇ ਇਹ ਮੈਨੂੰ ਬੜੀ ਕਮਾਲ ਦੀ ਖੂਬੀ ਲੱਗੀ ਕਿ ਟ੍ਰਾਂਜ਼ਿਸ਼ਨ ਵੀ ਹੋਇਆ, ਜੋ ਮਿਲਿਆ ਉਹਨੂੰ ਐਕਸੈਪਟ ਵੀ ਬੜਾ ਗ੍ਰੇਸਫੁਲੀ ਕੀਤਾ, ਆਪਣੀ ਜਗ੍ਹਾ ਵੀ ਬਣਾਈ। ਤੇ ਦਿਸ ਇਜ਼ ਆਈ ਥਿੰਕ ਸਮਥਿੰਗ ਟਰਕਿੰਗ ਤੋਂ ਵੀ ਉੱਪਰ ਮੈਨੂੰ ਲੱਗਦਾ ਇਹ ਚੀਜ਼ ਬਹੁਤ ਸਿੱਖਣ ਵਾਲੀ ਔਰ ਬਹੁਤ ਇਨਸਪਾਇਰਿੰਗ ਹੈ ਕਿ ਮੋਸਟ ਆਫ ਵਾਟ ਯੂ ਹੈਵ। ਨਹੀਂ, ਇਹ ਚੀਜ਼ ਤਾਂ ਮੈਂ ਤਾਂ ਇਹੀ ਕਹੂੰਗੀ ਹਰੇਕ ਵੂਮੈਨ ਵਾਸਤੇ ਇਹ ਚੀਜ਼ ਹੁੰਦੀ ਹੈ ਕਿ ਜਦੋਂ ਮੈਰਿਜ ਤੋਂ ਪਹਿਲਾਂ ਇੱਕ ਕੁੜੀ ਜਦੋਂ ਜਿਹੜੀ ਕਿ ਜਿਹਨੂੰ ਆਪਾਂ ਪਾਪਾ ਦੀ ਪਰੀ ਕਹਿ ਦਿੰਦੇ ਆ, ਉਹੀ ਹਨਾ, ਉਹ ਇੱਕਦਮ ਜਦੋਂ ਇੱਕ ਡਿਫਰੈਂਟ ਇੱਕ ਨਵੇਂ ਘਰ ਚ ਜਾਂਦੀ ਹੈ, ਸੋ ਉਹਨੇ ਦੋਨੇ ਘਰਾਂ ਨੂੰ ਬੈਲੈਂਸ ਰੱਖਣਾ ਔਰ ਹਨਾ ਕਿੰਨਾ ਕੁਛ ਦੇਖਣਾ। ਫਿਰ ਜਦੋਂ ਉਹ ਇੱਕ ਮਾਂ ਬਣ ਜਾਂਦੀ ਹੈ, ਆਲ ਆਫ ਅ ਸਡਨ ਕਿੰਨੀਆਂ ਰਿਸਪੌਂਸਿਬਿਲਿਟੀਜ਼, ਜਿਹਨੂੰ ਲਾਈਕ ਆਪ ਹੀ ਕਦੀ ਸੁੱਤੇ ਪਿਆ ਹੋਸ਼ ਨਹੀਂ ਹੁੰਦੀ, ਉਹੀ ਕੁੜੀ ਅੱਧੀ ਅੱਧੀ ਰਾਤ ਨੂੰ ਉੱਠ ਕੇ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨਾ। ਸੋ ਆਈ ਥਿੰਕ ਇਟਸ ਅ ਬਿਗ ਸਲੂਟ ਟੂ ਆਲ ਦ ਵੂਮੈਨ। ਤੇ ਭਾਵੇਂ ਉਹ ਟਰਕਿੰਗ ਚ ਆ, ਭਾਵੇਂ ਉਹ ਟੀਚਿੰਗ ਚ ਆ, ਭਾਵੇਂ ਉਹ ਕਿਸੇ ਵੀ ਪ੍ਰੋਫੈਸ਼ਨ ਚ ਆ। ਸੋ ਵੂਮੈਨ, ਮੈਂ ਤੇ ਹਰੇਕ ਵੂਮੈਨ ਦੀ ਰਿਸਪੈਕਟ ਕਰਦੀ ਹਾਂ। ਔਰ ਜਿਹੜਾ ਵੀ ਉਹ ਕੋਈ ਇਵਨ ਹਾਊਸ ਵਾਈਫਸ ਵੀ ਹੈ, ਸੋ ਉਹ ਇਵਨ ਮੋਰ ਮੈਨੂੰ ਲੱਗਦਾ ਹੈ ਉਹ ਐਪਰੀਸ਼ੀਏਟ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਤਾਂ ਆਪਣੀ ਸਪੇਸ ਵੀ ਨਹੀਂ ਮਿਲਦੀ ਜਿਹੜੀਆਂ ਹਾਊਸ ਵਾਈਫਸ ਹੈ। ਸੋ ਜਿਹੜੇ ਕੰਮ ਕਰਦੀਆਂ ਉਹਨਾਂ ਨੂੰ ਤਾਂ ਫੇਰ ਵੀ ਸਪੇਸ ਮਿਲ ਜਾਂਦੀ ਹੈ, ਆਪਣੇ ਆਪ ਨੂੰ ਟਾਈਮ ਦੇ ਲੈਂਦੀਆਂ। ਸੋ ਬਿਗ ਸੈਲੂਟ ਟੂ ਆਲ ਦ ਵੂਮੈਨ। ਕਮੈਂਡੇਬਲ, ਵੈਰੀ ਵੈਰੀ ਨਾਈਸ। ਮੈਨੂੰ ਤੁਹਾਡੀ ਨਾ ਦੇਖ ਕੇ ਸਾਰੀ ਜਰਨੀ ਔਰ ਸਾਰੀ ਚੀਜ਼ ਮੇਰੇ ਦਿਮਾਗ 'ਚ ਸਿਰਫ ਇਹ ਆ ਰਹੀ ਸੀ, ਉਹ ਜਿਹੜੀਆਂ ਬੜੀਆਂ ਕਾਮਨ ਜਿਹੀਆਂ ਪੁਰਾਣੀਆਂ ਲਾਈਨਸ ਆ, ਬਟ ਮੈਨੂੰ ਲੱਗਦਾ ਸੀ ਉਹ ਬਿਲਕੁਲ ਸੂਟ ਕਰਦੀਆਂ। ਬਿਕੋਜ਼ ਮੈਂ ਇਮੇਜਿਨ ਕਰ ਰਹੀ ਸੀ ਕਿ ਮਤਲਬ ਬਹੁਤ ਸਾਰੇ ਯੂਥ ਫੈਸਟੀਵਲਸ 'ਚ ਐਡੇ ਐਡੇ ਪ੍ਰਾਈਜ਼ਸ ਲੈ ਕੇ ਔਰ ਇੰਨੇ ਕਮਾਲ ਦੇ ਮੈਂਟੋਰਸ ਗਾਈਡ ਮਿਲੇ, ਹਨਾ, ਉਹਨਾਂ ਨਾਲ ਟਾਈਮ ਸਪੈਂਡ ਕੀਤਾ, ਉਹਨਾਂ ਤੋਂ ਸਿੱਖਿਆ। ਤੇ ਉਸ ਤੋਂ ਬਾਅਦ ਫਿਰ ਯੂ ਬਿਕਮ like just a random anybody, like nobody in a new land। ਫਿਰ ਤੁਹਾਨੂੰ ਆਪਣੀ ਆਈਡੈਂਟਿਟੀ ਦੁਬਾਰਾ ਤੋਂ ਖੋਜਣੀ ਪੈਂਦੀ ਹੈ। ਬਟ ਮੈਂ ਜਿੱਦਾਂ ਕਿਹਾ ਕਿ ਤੁਹਾਡੀ ਮੈਨੂੰ ਇਹ ਬੜੀ ਖਾਸੀਅਤ ਲੱਗੀ ਕਿ ਇੰਨਾ ਖੁਸ਼ੀ ਖੁਸ਼ੀ ਉਸ ਪ੍ਰੋਫੈਸ਼ਨ ਦੇ ਵਿੱਚ ਹੀ ਵੜ ਜਾਣਾ, ਔਰ ਉਹ ਵੀ ਲੱਭਿਆ ਵੀ ਉਹ ਵਾਲਾ ਪ੍ਰੋਫੈਸ਼ਨ ਜਿਸ 'ਚ ਕੋਈ ਦਿਸ ਵੀ ਨਹੀਂ ਰਿਹਾ ਨਾਲ। ਸੋ ਜਿਹੜੀਆਂ ਲਾਈਨਸ ਹੈ ਨਾ ਕਿ ਬੇਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਸੁਣੀਆਂ? ਨਹੀਂ ਤੁਸੀਂ ਸੁਣਾਓ, ਬੜੀ ਵਧੀਆ ਲਾਈਨ ਲੱਗ ਰਹੀ ਹੈ। ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਜਿੱਦਾਂ I think this is all dedicated to you. Thank you. Seriously, the way you have made your mark ਔਰ ਆਪਣੀ ਇੱਕ ਜਿਹੜੀ ਖਾਸ ਜਗ੍ਹਾ ਬਣਾਈ ਹੈ with everybody support, ਸਭ ਨੂੰ ਲੈ ਕੇ, that is commendable. And I hope ki you keep growing and ਏਦਾਂ ਹੀ just keep making us proud, and you are actually the Sher Bachi of Punjab, and we truly salute you for being you. Thank you so much. Thank you time ਕੱਢਣ ਲਈ, ਗੱਲ ਕਰਨ ਲਈ, and thank you to Lali as well for introducing, I mean Rajinder as well for introducing us. And thank you ਮੈਨੂੰ ਇੰਨਾ ਵੱਡਾ ਸਰਪ੍ਰਾਈਜ਼ ਦੇਣ ਲਈ। So like I'm so glad ਉਹਨਾਂ ਨੇ ਮੇਰੇ ਬਾਰੇ ਇੰਨਾ ਵਧੀਆ ਕਿਹਾ।
ਬਟ ਆਈ ਥਿੰਕ ਹੁਣ ਤੇ ਹਰ ਚੈਨਲ ਤੇ ਹਰ ਜਗ੍ਹਾ ਆਲਰੇਡੀ ਸਭ ਨੂੰ ਪਤਾ ਹੈ ਕਿ ਹਾਊ ਮਚ ਯੂ ਰਿਸਪੈਕਟ ਹਿਮ ਐਂਡ ਹੀ ਰਿਸਪੈਕਟਸ ਐਂਡ ਨੋਜ਼ ਯੋਰ ਟੈਲੈਂਟ ਐਂਡ that thing. And I think we all are very proud of you. Jalandhar is very proud of you. Punjab is very proud. Thank you so much. Thanks a lot. ਏਦਾਂ ਹੀ ਬਸ ਫੱਟੇ ਚੱਕਦੇ ਰਹੋ and hopefully very soon radio television ਤੇ on the other side I would want ਕਿ ਤੁਸੀਂ ਉਹ ਵੀ ਐਕਸਪਲੋਰ ਕਰੋ ਨਾਲ ਨਾਲ ਪਾਰਟ ਹਾਂਜੀ ਹਾਂਜੀ I will try my best ਜੇ ਕਿਸੇ opportunity ਮਿਲੀ ਤਾਂ ਜ਼ਰੂਰ ਮਿਲ ਜਾਣੀ ਬਸ ਮਿਲਣ ਵਾਲੀ ਹੈ ਮਿਲਣ ਵਾਲੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਠੀਕ ਤੇ ਉਹ ਕਰਾਂਗੇ ਥੈਂਕ ਜਸਪ੍ਰੀਤ ਥੈਂਕ ਯੂ ਸੋ ਮਚ ਥੈਂਕ ਯੂ